ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮਾਝੇ ਦੇ ਇਲਾਕੇ ਦੀਆਂ ਸੰਗਤਾਂ ਨੂੰ ਤਾਰਦੇ ਹੋਏ ਸੰਤ ਜੀ ਮਹਾਰਾਜ ਵਜ਼ੀਰਾਬਾਦ ਆ ਗਏ। ਸੰਤ ਤੇਜਾ ਸਿੰਘ ਨੂੰ ਇਹਨਾਂ ਦੇ ਆਉਣ ਦੀ ਸਹੁੰ ਪਈ। ਇਸ ਖਬਰ ਦੇ ਮਿਲਣ ਤੋਂ ਪਹਿਲਾਂ ਕੁਝ ਨਾਮਧਾਰੀ ਸੱਜਣ ਸੰਤ ਤੇਜਾ ਸਿੰਘ ਜੀ ਦੇ ਪਾਸ ਆਏ ਤੇ ਇਹਨਾਂ ਨੇ ਕੁਝ ਭਵਿੱਖਤ ਦੀ ਗੱਲ ਛੇੜ ਦਿੱਤੀ। ਉਹਨਾਂ ਨੇ ਆਪਣੀ ਸਮਝ ਅਨੁਸਾਰ ਇਹਨਾਂ ਨੂੰ ਉੱਤਰ ਦਿੱਤਾ, ਪਰ ਜਦ ਦੂਜੇ ਦਿਨ ਸੰਤ ਜੀ ਮਹਾਰਾਜ ਦਾ ਪਤਾ ਲੱਗਾ ਤਾਂ ਚਿੱਤ ਨੇ ਉਛਾਲਾ ਖਾਧਾ ਕਿ ਚਲੋ ਵਜ਼ੀਰਾਬਾਦ ਚਲੀਏ ਅਤੇ ਸੰਤ ਜੀ ਮਹਾਰਾਜ ਦੇ ਦਰਸ਼ਨ ਕਰਕੇ ਸਾਰੀ ਗੱਲ ਸਪਸ਼ਟ ਕਰ ਲਈਏ। ਕਾਲਜ ਦੀ ਪੜ੍ਹਾਈ ਦੇ ਮਗਰੋਂ ਸੰਤ ਤੇਜਾ ਸਿੰਘ ਜੀ 2 ਦਿਨ ਛੁੱਟੀ ਲੈ ਗੱਡੀ ਚੜ੍ਹ ਵਜ਼ੀਰਾਬਾਦ ਅੱਪੜ ਗਏ। ਕਾਲਜ ਦੇ ਇੱਕ ਵਿਦਿਆਰਥੀ ਭਾਈ ਮਥਰਾ ਦਾਸ, ਜਿਨ੍ਹਾਂ ਨੇ ਅੰਦਰ ਗੁਰਸਿੱਖੀ ਦੀ ਲਗਨ ਲੱਗੀ ਹੋਈ ਸੀ, ਦਾਸ ਦੇ ਨਾਲ ਗਏ। ਸਟੇਸ਼ਨ ਤੋਂ ਪਤਾ ਲੱਗਾ ਕਿ ਸੰਤ ਜੀ ਮਹਾਰਾਜ ਦਾ ਡੇਰਾ ਕੋਠੇ ਸਾਹਿਬ ਗੁਰਦੁਆਰੇ ਵਿੱਚ ਹੈ। ਸਿੱਧਾ ਉੱਥੇ ਪੁੱਜੇ ਅਤੇ ਚੁਬਾਰੇ ਵਿੱਚ ਸੰਤ ਜੀ ਮਹਾਰਾਜ ਦੇ ਦਰਸ਼ਨ ਕੀਤੇ। ਅਜੇ ਮੱਥਾ ਟੇਕ ਕੇ ਬੈਠੇ ਹੀ ਸੀ ਕਿ ਸੰਤ ਜੀ ਮਹਾਰਾਜ ਦੀ ਨਿਗਾਹ ਪਈ ਭਾਈ ਮਥਰਾ ਦਾਸ ਤੇ ਪੈ ਗਈ। ਬੜੇ ਪ੍ਰੇਮ ਨਾਲ ਸੰਤ ਜੀ ਨੇ ਫਰਮਾਇਆ ਕਿ ਭਾਈ ਤੂੰ ਬੜਾ ਪ੍ਰੇਮੀ ਹੈ, ਅੰਮ੍ਰਿਤ ਛਕ ਲੈ। ਅਸੀਂ ਇਹ ਗੱਲ ਘੱਟ ਵੱਧ ਕਿਸੇ ਨੂੰ ਹੀ ਆਖਦੇ ਹਾਂ। ਕੁਦਰਤੀ ਸ਼ਾਮ ਦੇ ਦੀਵਾਨ ਦਾ ਵਕਤ ਨੇੜੇ ਸੀ ਅਤੇ 30-40 ਮਾਈ ਭਾਈ ਅੰਮ੍ਰਿਤ ਦੀ ਦਾਤ ਲੈਣ ਲਈ ਤਿਆਰ ਸਨ, ਪਰ ਭਾਈ ਮਥਰਾ ਦਾਸ ਜੀ ਕਿਸੇ ਖਾਸ ਕਰਮ ਕਰਕੇ ਇਸ ਸਮੇਂ ਸੰਤ ਜੀ ਮਹਾਰਾਜ ਦੇ ਹੁਕਮ ਦੀ ਪਾਲਣਾ ਨਾ ਕਰ ਸਕੇ। ਬੇਨਤੀ ਕਰਨ ਤੋਂ 2 ਦਿਨ ਮਗਰੋਂ ਸੰਤ ਜੀ ਮਹਾਰਾਜ ਗੁਜਰਾਂਵਾਲੇ ਆਉਣ ਲਈ ਤਿਆਰ ਹੋ ਗਏ। ਵਜ਼ੀਰਾਬਾਦ ਦੀ ਸਾਰੀ ਸਾਧ ਸੰਗਤ ਸਟੇਸ਼ਨ ਤੇ ਵਿਦਾ ਕਰਨ ਲਈ ਆਈ ਅਤੇ 2 ਟਿਕਟ ਸੈਕਿੰਡ ਕਲਾਸ ਦੇ ਅਤੇ ਬਾਕੀ 3rd ਕਲਾਸ ਦੇ ਲੈ ਦਿੱਤੇ। ਸੰਤ ਤੇਜਾ ਸਿੰਘ ਨੂੰ ਭਵਿੱਖਤ ਬਾਬਤ ਵਿਚਾਰ ਕਰਨ ਦਾ ਕੋਈ ਸਮਾਂ ਨਹੀਂ ਸੀ ਮਿਲਿਆ। ਕੁਦਰਤੀ ਗੱਡੀ ਵਿੱਚ ਸੈਕਿੰਡ ਕਲਾਸ ਦਾ ਇੱਕ ਛੋਟਾ ਡੱਬਾ ਕੁੱਪੀ ਖਾਲੀ ਸੀ। ਸੰਤ ਤੇਜਾ ਸਿੰਘ ਜੀ ਮਹਾਰਾਜ ਨਾਲ ਇਸ ਵਿੱਚ ਬੈਠ ਗਏ। ਬਾਕੀ ਦੀ ਸਾਧ ਸੰਗਤ ਇੱਕ ਹੋਰ ਡੱਬੇ ਵਿੱਚ ਚੜ੍ਹ ਗਈ। ਜਦ ਗੱਡੀ ਤੁਰ ਪਈ ਤਾਂ ਸਟੇਸ਼ਨ ਤੋਂ ਬਾਹਰ ਆ ਗਈ। ਤਦ ਸੰਤ ਤੇਜਾ ਸਿੰਘ ਜੀ ਨੇ ਜਿਹੜੀ ਗੱਲਬਾਤ ਨਾਮਧਾਰੀਆਂ ਨਾਲ ਹੋਈ ਸੀ, ਸੰਤ ਜੀ ਮਹਾਰਾਜ ਨੂੰ ਆਖ ਸੁਣਾਈ। ਮਹਾਰਾਜ ਜੀ ਨੇ ਫਰਮਾਇਆ, ਭਾਈ ਰਾਮ ਸਿੰਘ ਜੀ ਪੂਰਨ ਗੁਰਸਿੱਖ ਸਨ। ਇਹ ਗੁਰੂ ਕਲਗੀਆਂ ਵਾਲੇ ਦੇ ਹੁਕਮ ਵਿੱਚ ਆਏ ਸਨ। ਇਹਨਾਂ ਨੇ ਨਾਮ ਬਾਣੀ ਅੰਮ੍ਰਿਤ ਵੇਲੇ ਜਾਗਣ ਦੀ ਜੋ ਰੋਜ਼ ਰੀਤੀ ਚਲਾਈ ਸੀ, ਉਹ ਸਤਿਗੁਰ ਦੀ ਹੀ ਬਖਸ਼ੀ ਹੋਈ ਸੀ। ਇਹਨਾਂ ਨੇ ਆਪਣੇ ਆਪ ਨੂੰ ਕਦੇ ਵੀ ਗੁਰੂ ਨਹੀਂ ਜਣਾਇਆ। ਬਾਕੀ ਟਕਸਾਲ ਤਾਂ ਠੀਕ ਰਹੀ, ਪਰ ਇਹਨਾਂ ਦੇ ਬ੍ਰਹਮਾ ਜਾਣ ਦੇ ਮਗਰੋਂ ਸੇਵਕ ਆਪਣੇ ਪ੍ਰੇਮ ਦੀ ਲਹਿਰ ਨੂੰ ਜਰ ਨਾ ਸਕੇ ਅਤੇ ਇਹਨਾਂ ਨੂੰ ਗੁਰੂ ਆਖਣ ਲੱਗ ਪਏ। ਭਾਵੇਂ ਗੁਰੂ ਅਤੇ ਸਿੱਖ ਵਿੱਚ ਕੋਈ ਭੇਦ ਨਹੀਂ, ਪਰ ਸਤਿਗੁਰੂ ਕਲਗੀਆਂ ਵਾਲੇ ਦਾ ਹੁਕਮ ਅਤੇ ਮਰਿਆਦਾ ਸ਼ਬਦ ਗੁਰੂ ਨੂੰ ਮੁੱਖ ਰੱਖਣ ਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਨੇ ਸਾਡਾ ਨਾਮ ਵੀ ਆਪਣੇ ਭਵਿੱਖਤ ਵਾਕਾਂ ਵਿੱਚ ਲਿਖਿਆ ਹੈ। ਇਹ ਗੱਲਬਾਤ ਕਰਕੇ ਸੰਤ ਜੀ ਮਹਾਰਾਜ ਆਪਣੇ ਰੰਗ ਵਿੱਚ ਮਸਤ ਹੋ ਗਏ ਅਤੇ ਸੰਤ ਤੇਜਾ ਸਿੰਘ ਵੀ ਨਾਮ ਨਾਲ ਲਿਵ ਜੋੜ ਚਪੀਤੇ ਬੈਠ ਗਏ। ਥੋੜ੍ਹੇ ਸਮੇਂ ਮਗਰੋਂ ਗੁਜਰਾਂਵਾਲੇ ਦਾ ਸਟੇਸ਼ਨ ਆ ਗਿਆ। ਗੱਡੀ ਤੋਂ ਉੱਤਰ ਸਿੱਧਾ ਸੰਤ ਤੇਜਾ ਸਿੰਘ ਜੀ ਦੇ ਮਕਾਨ ਤੇ ਆ ਪੁੱਜੇ। ਇੱਕ ਦਿਨ ਸੰਤ ਜੀ ਮਹਾਰਾਜ ਆਸਾ ਜੀ ਦੀ ਵਾਰ ਦੇ ਦੀਵਾਨ ਦੇ ਮਗਰੋਂ ਜਲ ਪਾਣੀ ਛਕ ਕੇ ਦਾਸ ਸੰਤ ਤੇਜਾ ਸਿੰਘ ਜੀ ਦੀ ਕੁਟੀਆ ਦੇ ਸਾਹਮਣੇ ਸਜੇ ਹੋਏ ਸਨ। ਭਾਈ ਹੀਰਾ ਸਿੰਘ ਜੀ ਦਰਸ਼ਨ ਕਰਨ ਲਈ ਆਏ। ਕੁਝ ਚਿਰ ਮਗਰੋਂ ਹੱਥ ਜੋੜ ਕੇ ਅਰਜ਼ ਕੀਤੀ, ਮਹਾਰਾਜ ਜੀ, ਦੇਹਧਾਰੀ ਗੁਰੂ ਬਾਬਤ ਆਪ ਦਾ ਕੀ ਖਿਆਲ ਹੈ? ਇਹ ਸੁਣ ਕੇ ਸੰਤ ਜੀ ਮਹਾਰਾਜ ਆਪਣੇ ਰੰਗ ਵਿੱਚ ਆ ਗਏ ਤੇ ਫਰਮਾਇਆ, ਦੇਹਧਾਰੀ ਗੁਰੂ ਤਾਂ ਕਦੇ ਹੋਇਆ ਹੀ ਨਹੀਂ। ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇਹ ਵਿੱਚ ਦਰਸ਼ਨ ਦਿੰਦੇ ਸਨ, ਤਦ ਠੋਕਰ ਸ਼ਬਦ ਦੀ ਹੀ ਮਾਰਦੇ ਸਨ। ਸੋ ਗੁਰੂ ਸ਼ਬਦ ਹੀ ਹੈ, ਦੇਹ ਨਹੀਂ। ਦੂਜੇ ਬਣ ਬਹਿਣ ਵਿੱਚ ਘਾਟਾ ਹੀ ਘਾਟਾ ਹੈ। ਅਸੀਂ ਕੁਝ ਨਹੀਂ ਬਣੇ, ਕੋਈ ਅਸਰ ਹੈ? ਜਿਸ ਨੇ ਸਤਪੁਰਖ ਨੂੰ ਜਾਣ ਲਿਆ ਹੈ, ਉਸ ਦੇ ਕੋਲ ਸੁੱਤੇ ਸਹਿਜ ਜਗਿਆਸੂ ਖਿੱਚੇ ਚਲੇ ਆਉਂਦੇ ਹਨ। ਦੇਹ ਅਭਿਮਾਨ ਦਾ ਤਿਆਗਣਾ ਹੀ ਗੁਰਸਿੱਖੀ ਦੀ ਪ੍ਰਾਪਤੀ ਦੀ ਨਿਸ਼ਾਨੀ ਹੈ। ਜਿੱਥੇ ਬਨਾਵਟ ਦਾ ਸੰਕਲਪ ਮਾਤਰ ਵੀ ਹੈ, ਉੱਥੇ ਦੇ ਅਭਿਮਾਨ ਨਹੀਂ ਮੁੱਕਿਆ। ਜਿਸ ਦਾ ਆਪਣਾ ਅਭਿਮਾਨ ਨਹੀਂ ਮੁੱਕਿਆ, ਉਹ ਦੂਜਿਆਂ ਦਾ ਦੇਹ ਅਭਿਮਾਨ, ਜਿਹੜਾ ਸਾਰੇ ਪਾਪਾਂ ਦੀ ਜੜ ਹੈ, ਕਿਸ ਤਰ੍ਹਾਂ ਦੂਰ ਕਰ ਸਕਦਾ ਹੈ? ਇਹ ਉੱਤਰ ਸੁਣ ਕੇ ਭਾਈ ਹੀਰਾ ਸਿੰਘ ਨੇ ਹੱਥ ਜੋੜ ਕੇ ਸੀਸ ਨਵਾਇਆ ਤੇ ਮੁੱਖੋਂ ਇਹ ਸ਼ਬਦ ਸੁੱਤੇ ਸਹਿਜ ਨਿਕਲ ਗਿਆ, ਧੰਨ ਗੁਰੂ ਤੇ ਧੰਨ ਗੁਰੂ ਨਾਨਕ ਦੇ ਸਿੱਖ। ਗੁਜਰਾਂਵਾਲੇ ਸੰਤ ਜੀ ਮਹਾਰਾਜ ਨੇ 2 6-6 ਫੁੱਟ ਉੱਚੀਆਂ ਦੇਗਾਂ ਬਣਵਾਉਣ ਦਾ ਹੁਕਮ ਦਿੱਤਾ। ਇਹਨਾਂ ਦੇ ਬਣਾਉਣ ਦਾ ਗੁਰਮਤਾ ਹੋ ਗਿਆ। ਫਿਰ ਜੇਹਲਮ ਚਲੇ ਗਏ। ਭਾਈ ਹੁਕਮ ਸਿੰਘ ਜੇਹਲਮ ਤੋਂ ਦੇਗ ਦੀ ਸੇਵਾ ਦਾ ਹੁਕਮ ਸੁਣ ਕੇ ਸਿੱਧਾ ਆਪਣੇ ਪਿੰਡ ਚਲਾ ਗਿਆ। ਇਹਨਾਂ ਦਿਨਾਂ ਵਿੱਚ ਇਸ ਪ੍ਰੇਮੀ ਦਾ ਹੱਥ ਬੜਾ ਤੰਗ ਸੀ।
ਆਪਣੇ ਘਰ ਨੂੰ ਗਹਿਣੇ ਪਾ ਕੇ ਬੜੇ ਯਤਨ ਨਾਲ 200 ਰੁਪਇਆ ਬਣਾਇਆ ਤੇ ਇਹ ਰਕਮ ਲੈ ਕੇ ਗੁਜਰਾਂਵਾਲੇ ਆ ਹਾਜ਼ਰ ਕੀਤੇ। ਸੰਤ ਜੀ ਮਹਾਰਾਜ ਨੇ ਇਹ ਦਮੜੇ ਦਾਸ ਨੂੰ ਫੜਾ ਦਿੱਤੇ, ਪਰ ਜਦੋਂ ਪਤਾ ਲੱਗਾ ਕਿ ਪ੍ਰੇਮੀ ਘਰ ਨੂੰ ਗਹਿਣੇ ਪਾ ਕੇ ਲਿਆਇਆ ਹੈ ਤਾਂ ਹੁਕਮ ਕੀਤਾ, ਭਾਈ ਤੇਜਾ ਸਿੰਘ, ਭਾਈ ਹੁਕਮ ਸਿੰਘ ਹੋਰਾਂ ਨੂੰ ਇਹ ਦਮੜੇ ਮੋੜ ਦਿਓ। ਇਹ ਅੱਗੇ ਬਹੁਤ ਸੇਵਾ ਕਰ ਚੁੱਕੇ ਹਨ। ਉਸ ਵੇਲੇ ਦਮੜੇ ਭਾਈ ਸਾਹਿਬ ਨੂੰ ਦੇ ਦਿੱਤੇ ਗਏ। ਗੁਜਰਾਂਵਾਲੇ ਤੋਂ ਸੰਤ ਜੀ ਮਹਾਰਾਜ ਮਾਲਵੇ ਵੱਲ ਚਲੇ ਗਏ। 2 ਕੁ ਮਹੀਨੇ ਮਗਰੋਂ ਇੱਕ ਦੇਗ ਤਿਆਰ ਹੋ ਗਈ, ਦੂਜੀ ਦਾ ਕੰਮ ਕੁਝ ਬਾਕੀ ਰਹਿ ਗਿਆ। ਗੁਰਸਾਗਰ ਸਾਹਿਬ ਮਸਤੂਆਣੇ ਮਾਘੀ ਸਮਾਗਮ ਨੇੜੇ ਆ ਗਿਆ। ਦਾਸ ਨੇ ਆਪਣੇ ਚਿੱਤ ਵਿੱਚ ਵਿਚਾਰ ਕੀਤੀ ਕਿ ਇਹ ਦੇਗ ਉਸ ਸਮਾਗਮ ਤੇ ਪਹੁੰਚਾਈ ਜਾਏ। ਮਾਲ ਗੱਡੀ ਦੇ ਖਾਸ ਛਕੜੇ ਤੇ ਲਦਵਾ ਇਸ ਨੂੰ ਸੰਗਰੂਰ ਵੱਲ ਤੋਰਿਆ ਅਤੇ 2 ਦਿਨ ਮਗਰੋਂ ਬਿਲਟੀ ਲੈ ਕੇ ਖੁਸ਼ਹਾਲ ਸਿੰਘ, ਹੀਰਾ ਸਿੰਘ ਠਠਿਆਰ ਸਮੇਤ ਮਾਘੀ ਦੇ ਸਮਾਗਮ ਲਈ ਗੁਰਸਾਗਰ ਸਾਹਿਬ ਵੱਲ ਤੁਰ ਪਏ। ਬਿਲਟੀ ਛੁਡਾ ਦੇ ਗੱਡੇ ਤੇ ਲੱਦ ਗੁਰਸਾਗਰ ਸਾਹਿਬ ਪੁੱਜਾ। ਮਾਘੀ ਦੇ ਸਮਾਗਮ ਦਾ ਪਹਿਲਾ ਦਿਨ ਸੀ। ਗੁਰੂ ਦੀਆਂ ਸੰਗਤਾਂ ਇਸ ਦੇ ਦਰਸ਼ਨ ਕਰ ਬੜੀਆਂ ਹੀ ਆਨੰਦ ਹੋਈਆਂ ਅਤੇ ਵਿੱਚ ਵਿਚਾਰਵਾਨ ਸਰੀਰ ਕਹਿਣ ਲੱਗ ਪਏ, ਪਤਾ ਨਹੀਂ ਸੰਤ ਜੀ ਮਹਾਰਾਜ ਨੇ ਇਹਨਾਂ ਨੂੰ ਕਿਹੜੇ ਸਮੇਂ ਲਈ ਬਣਵਾਇਆ ਹੈ। ਥੋੜੇ ਚਿਰ ਪਿੱਛੋਂ ਦੂਜੀ ਦੇਗ ਵੀ ਤਿਆਰ ਹੋ ਗਈ ਅਤੇ ਗੁਰਸਾਗਰ ਸਾਹਿਬ ਜਾ ਕੇ ਜੜੀ ਗਈ। ਇਸ ਵੇਲੇ ਇੱਕ ਦੇਗ ਗੁਰਸਾਗਰ ਸਾਹਿਬ ਮਸਤੂਆਣੇ ਹੈ ਅਤੇ ਦੂਜੀ ਗੁਰੂ ਕਾਸ਼ੀ ਦਮਦਮਾ ਸਾਹਿਬ ਹਾਜ਼ਰ ਹੈ। ਮਾਘੀ ਦੇ ਜੋੜ ਮੇਲੇ ਦੇ ਦੂਜੇ ਦਿਨ ਦਾਸ ਦੇ ਹਿਰਦੇ ਵਿੱਚ ਪ੍ਰੇਮ ਦੀ ਲਹਿਰ ਉੱਠੀ ਅਤੇ ਇਹ ਸੰਕਲਪ ਹੋਇਆ ਕਿ ਸੰਤ ਜੀ ਮਹਾਰਾਜ ਗੁਜਰਾਂਵਾਲੇ ਚੱਲਣ, ਪਰ ਨਾਲ ਹੀ ਚਿੱਤ ਨੇ ਠਾਣ ਲਈ ਕਿ ਆਪਣੀ ਜ਼ਬਾਨੀ ਕੋਈ ਅਰਜ਼ ਨਹੀਂ ਕਰਨੀ। ਇਸੇ ਦਿਨ ਹੀ ਸ਼ਾਮ ਦੇ ਵੇਲੇ ਜਦ ਰਹਿਰਾ ਸਾਹਿਬ ਦੇ ਦੀਵਾਨ ਦੇ ਮਗਰੋਂ ਸੰਤ ਜੀ ਮਹਾਰਾਜ ਆਪਣੇ ਬੁੰਗੇ ਵਿੱਚ ਆਏ, ਤਦ ਦਾਸ ਵੀ ਉੱਥੇ ਹਾਜ਼ਰ ਹੋਏ। ਪ੍ਰਸ਼ਾਦ ਛਕਾਉਣ ਦੇ ਮਗਰੋਂ ਸਭ ਸੇਵਕ ਬਾਹਰ ਚਲੇ ਗਏ। ਸੰਤ ਜੀ ਮਹਾਰਾਜ ਨੇ ਸੰਤ ਤੇਜਾ ਸਿੰਘ ਨੂੰ ਨੇੜੇ ਸੱਦ ਕੇ ਹੌਲੀ ਜਿਹੀ ਫਰਮਾਇਆ, ਸਾਨੂੰ 12 ਪਿੰਡ ਆਪਣੀ ਆਪਣੀ ਥਾਂ ਲਿਜਾਣ ਲਈ ਖਿੱਚ ਰਹੇ ਹਨ। ਅਸੀਂ 35 ਸਾਲ ਦੌਰਾ ਕਰਕੇ ਥੱਕ ਗਏ ਹਾਂ। ਕੱਲ ਅੰਮ੍ਰਿਤ ਵੇਲੇ ਤੁਹਾਡੇ ਨਾਲ ਚੋਰੀਓਂ ਨਿਕਲ ਚੱਲਾਂਗੇ ਅਤੇ 6 ਮਹੀਨੇ ਤੁਹਾਡੇ ਪਾਸ ਕੁਟੀਆ ਵਿੱਚ ਆਰਾਮ ਕਰਾਂਗੇ। ਤੁਸੀਂ ਸਿਰਫ ਸਾਡੇ 2 ਸੇਵਕਾਂ ਬਾਬਾ ਕਲਿਆਣ ਸਿੰਘ ਅਤੇ ਨੰਦ ਸਿੰਘ ਨੂੰ ਖਬਰ ਕਰਨਾ ਅਤੇ ਆਖ ਦੇਣਾ ਕਿ ਉਹ ਸਾਨੂੰ ਸਵੇਰੇ 6:45 ਦੀ ਗੱਡੀ ਤੇ ਸੰਗਰੂਰ ਮਿਲਣ। ਦਾਸ ਕੋਲੋਂ ਭੁੱਲ ਨਾਲ ਤੀਜੇ ਪ੍ਰੇਮੀ ਭਾਈ ਮਹਾ ਸਿੰਘ ਨੂੰ ਵੀ ਆਖਿਆ ਗਿਆ। ਗੁਰਮਤੇ ਅਨੁਸਾਰ ਇਸ਼ਨਾਨ ਪਾਣੀ ਕਰਨ ਦੇ ਮਗਰੋਂ ਕੋਈ 2:30 ਵਜੇ ਸਵੇਰੇ ਮਹਾਰਾਜ ਜੀ ਆਪਣੇ ਬੁੰਗੇ ਦੀ ਪਿਛਲੀ ਮੋਰੀ ਵਿੱਚੋਂ ਨਿਕਲ ਤੁਰੇ। ਦੋਵੇਂ ਗੜਵੇ ਦਾਸ ਨੂੰ ਫੜਾ ਦਿੱਤੇ। ਇਸ ਤਰ੍ਹਾਂ ਤੁਰਦਿਆਂ ਤੁਰਦਿਆਂ ਮੀਲ ਕੁ ਆਏ ਤਾਂ ਸੰਤ ਜੀ ਮਹਾਰਾਜ ਨੇ ਪੁੱਛਿਆ, ਕਿਹਨੂੰ ਕਿਹਨੂੰ ਖਬਰ ਕਰ ਆਏ ਹੋ? ਜਦ ਸੰਤ ਤੇਜਾ ਸਿੰਘ ਨੇ ਮਾਂ ਸਿੰਘ ਦਾ ਨਾਮ ਲਿਆ ਤਾਂ ਆਖਣ ਲੱਗੇ, ਅਸਾਂ ਤਾਂ ਘਰ ਵਾਂਗ ਜਾ ਕੇ ਰਹਿਣਾ ਸੀ। ਇਹ ਪ੍ਰੇਮੀ ਸਾਨੂੰ ਟਿਕਣ ਨਹੀਂ ਦੇਵੇਗਾ। ਤੁਸਾਂ ਅੱਛਾ ਨਹੀਂ ਕੀਤਾ। ਅਸੀਂ ਸਟੇਸ਼ਨ ਤੇ 5 ਕੁ ਵਜੇ ਅੱਪੜ ਗਏ ਅਤੇ 6 ਵਜੇ ਦੂਜੇ ਸੇਵਕ ਵੀ ਪਹੁੰਚ ਗਏ। ਭਾਈ ਨੰਦ ਸਿੰਘ ਨਿਯਮ ਅਨੁਸਾਰ ਜਲ ਪਾਣੀ ਬਣਾ ਕੇ ਲਈ ਆਇਆ। ਪੌਣੇ ਘੰਟੇ ਮਗਰੋਂ ਗੱਡੀ ਆ ਗਈ। ਇਸ ਤੇ ਚੜ੍ਹ ਕੇ 9:30 ਵਜੇ ਰਾਤ ਗੁਜਰਾਂਵਾਲੇ ਅੱਪੜੇ। ਰਸਤੇ ਵਿੱਚ ਲਾਹੌਰ ਹਿੰਦੂ ਹੋਟਲ ਦੇ ਸਿੱਖ ਪ੍ਰਬੰਧਕਾਂ ਨੇ ਸੰਤ ਜੀ ਮਹਾਰਾਜ ਅਤੇ ਜਥੇ ਨੂੰ ਬੜੇ ਪ੍ਰੇਮ ਨਾਲ ਪ੍ਰਸ਼ਾਦ ਛਕਾਇਆ। ਸਟੇਸ਼ਨ ਤੋਂ ਟਾਂਗਾ ਲੈ ਸਿੱਧਾ ਕੁਟੀਆ ਪੁੱਜ ਗਏ ਅਤੇ ਇੱਥੇ ਚੁਪੀਤੇ ਹੀ ਆਸਣ ਕੀਤਾ। ਸੰਤ ਜੀ ਮਹਾਰਾਜ ਨੇ ਫਰਮਾਇਆ ਕਿ ਸਾਡੇ ਆਉਣ ਦਾ ਕਿਸੇ ਨੂੰ ਪਤਾ ਨਹੀਂ ਕਰਨਾ। ਅਸੀਂ ਆਰਾਮ ਕਰਨ ਆਏ ਹਾਂ, ਕਿਧਰੇ ਦੀਵਾਨ ਲਾਉਣ ਜਾਂ ਪ੍ਰਸ਼ਾਦ ਛਕਣ ਨਹੀਂ ਜਾਣਾ। ਸੰਤ ਕੁਟੀਆ ਦੇ ਪਿਛਲੇ ਪਾਸੇ ਜੋ 3 ਕਮਰੇ ਸਨ, ਉਸ ਦੇ ਵਿਚਕਾਰਲੇ ਕਮਰੇ ਵਿੱਚ ਸੰਤ ਜੀ ਮਹਾਰਾਜ ਨੇ ਵਿਸ਼ਰਾਮ ਕੀਤਾ। ਨਾਲ ਦੇ ਬਾਹਰ ਵਾਲੇ ਕਮਰੇ ਦੇ ਵਿੱਚ ਇੱਕ ਚੌਂਕੀ ਢਾ ਕੇ ਸੁਚੇਤ ਪਾਣੀ ਦੀ ਜਗ੍ਹਾ ਬਣਵਾ ਲਈ ਅਤੇ ਪਿਛਲੇ ਕਮਰੇ ਵਿੱਚ ਸੇਵਕ ਟਿਕ ਗਏ। ਸੰਤ ਜੀ ਮਹਾਰਾਜ ਇੱਕ ਰਸ ਇਕਾਂਤ ਸਿਮਰਨ ਵਿੱਚ ਜੁਟ ਪਏ ਅਤੇ ਹੁਕਮ ਦਿੱਤਾ ਕਿ ਸਾਡੇ ਕਮਰੇ ਵਿੱਚ ਪ੍ਰਸ਼ਾਦ ਛਕਾਉਣ ਵਾਲੇ ਸੇਵਕ ਦੇ ਬਿਨਾਂ ਹੋਰ ਕੋਈ ਨਾ ਆਵੇ। ਇਸ ਕਮਰੇ ਦੀਆਂ ਕੁਟੀਆ ਦੇ ਪ੍ਰਕਾਸ਼ ਸਥਾਨ ਵਿੱਚ ਮਿਆਨੇ ਛੱਤ ਤੇ 2 ਬਾਰੀਆਂ ਸਨ। ਉਹ ਵੀ ਥੋਬੇ ਲਗਾ ਕੇ ਬੰਦ ਕਰਵਾ ਦਿੱਤੀਆਂ ਤਾਂ ਕਿ ਬਾਹਰ ਦੀ ਕੋਈ ਆਵਾਜ਼ ਅੰਦਰ ਨਾ ਆ ਸਕੇ। ਕਮਰੇ ਦਾ ਦਰਵਾਜ਼ਾ ਹਰ ਵੇਲੇ ਬੰਦ ਰਹਿੰਦਾ। ਸਿਰਫ ਨਿਯਮ ਅਨੁਸਾਰ ਸੇਵਕ ਜਲ ਪਾਣੀ ਅਤੇ ਪ੍ਰਸ਼ਾਦ ਛਕਾਉਣ ਲਈ ਅੰਦਰ ਜਾਂਦਾ। ਇਹ ਸੱਚ ਹੈ, ਬ੍ਰਹਮ ਗਿਆਨੀ ਦਾ ਭੇਤ ਬ੍ਰਹਮ ਗਿਆਨੀ ਹੀ ਜਾਣਦਾ ਹੈ। ਪਰ ਉਸ ਵੇਲੇ ਆਪਣੇ ਅਨੁਭਵ ਅਤੇ ਸੰਤ ਜੀ ਮਹਾਰਾਜ ਦੇ ਪਿੱਛੇ ਕੀਤੇ ਹੋਏ ਬਚਨਾਂ ਤੋਂ ਇਹ ਪ੍ਰਤੀਤ ਹੁੰਦਾ ਸੀ ਕਿ ਸੰਤ ਤੇਜਾ ਸਿੰਘ ਦੀ ਕੁਟੀਆ ਵਿੱਚ ਭੁਜੰਗੀ ਮੁਕੰਦ ਸਿੰਘ ਤੇ ਖਾਸ ਮਿਹਰ ਕਰਨ ਲਈ ਆਏ ਸਨ। ਉਹਨਾਂ ਦਾ ਖਿਆਲ ਸੀ ਕਿ 6 ਮਹੀਨੇ ਇਕਾਂਤ ਸਿਮਰਨ ਤਪ ਦੇ ਮਗਰੋਂ ਇਸ ਨੂੰ ਆਪਣੀ ਤਾਕਤ ਦਾ ਇੱਕ ਕਿਣਕਾ ਬਖਸ਼ ਦਈਏ।
ਤਾਂ ਕਿ ਇਹ ਜਤੀ ਰਹਿ ਕੇ ਸਤਿਗੁਰ ਦੀ ਸੇਵਾ ਵਿੱਚ ਹਾਜ਼ਰ ਹੋ ਜਾਵੇ। 6 ਕੁ ਹਫ਼ਤੇ ਮਗਰੋਂ ਅੰਤਰਯਾਮੀ ਮਹਾਂਪੁਰਖਾਂ ਨੇ ਭੁਜੰਗੀ ਅਤੇ ਉਸ ਦੀ ਮਾਤਾ ਦੇ ਵਤੀਰੇ ਤੋਂ ਦੇਖ ਲਿਆ ਕਿ ਸਾਡਾ ਇਹ ਪ੍ਰੇਮ ਸਿਰੇ ਨਹੀਂ ਚੜ੍ਹ ਸਕਦਾ। ਇਹ ਖਿਆਲ ਪੈਦਾ ਹੁੰਦਿਆਂ ਹੀ ਸੰਤ ਜੀ ਮਹਾਰਾਜ ਦਾ ਚਿੱਤ ਉਦਾਸ ਹੋ ਗਿਆ ਅਤੇ ਕੁਟੀਆ ਤੋਂ ਟੁਰ ਜਾਣ ਦਾ ਸੰਕਲਪ ਫੁਰ ਪਿਆ। ਇਹ ਸੰਕਲਪ ਕੀ ਸੀ ਕਿ ਇੱਕ ਬਿਜਲੀ ਦੀ ਤਾਰ ਸੀ। ਛੇਤੀ ਹੀ ਸਰਦਾਰ ਰਜਵੰਤ ਸਿੰਘ ਜੀ ਦੇ ਹਿਰਦੇ ਵਿੱਚ ਜਾ ਪੁੱਜਾ। ਸਵੇਰ ਦੇ 7 ਵਜੇ ਇਹ ਟਾਂਗਾ ਲੈ ਕੇ ਆ ਗਏ। ਬੇਨਤੀ ਕਰਨ ਪਰ ਸੰਤ ਜੀ ਮਹਾਰਾਜ ਨੇ ਆਪਣਾ ਦਰਵਾਜ਼ਾ ਖੋਲ੍ਹ ਦਿੱਤਾ ਅਤੇ ਇਹਨਾਂ ਨਾਲ ਤੁਰਨ ਲਈ ਤਿਆਰ ਹੋ ਗਏ। ਉਸ ਵੇਲੇ ਟਾਂਗੇ ਤੇ ਚੜ੍ਹ ਰਾਜਕੋਟ ਜਾ ਪਹੁੰਚੇ। ਦਾਸ ਦੇ ਹਿਰਦੇ ਵਿੱਚ ਭਾਸ ਗਿਆ ਕਿ ਸੰਤ ਜੀ ਮਹਾਰਾਜ ਕੁਝ ਨਾਰਾਜ਼ ਹੋ ਕੇ ਚੱਲੇ ਹਨ। ਪਰ ਕਾਲਜ ਦੀ ਪੜ੍ਹਾਈ ਦਾ ਵਕਤ ਸੀ। ਉਸ ਵੇਲੇ ਤਾਂ ਸਬਰ ਕੀਤਾ, ਪਰ ਸ਼ਾਮ ਦੇ 3 ਵਜੇ ਕਾਲਜ ਤੋਂ ਵਿਹਲੇ ਹੁੰਦਿਆਂ ਹੀ ਸਿੱਧਾ ਰਾਜਕੋਟ ਵੱਲ ਤੁਰ ਪਏ। ਜਦ ਦੂਜੇ ਸੂਏ ਦੇ ਪੁਲ ਤੇ ਪੁੱਜਾ ਤਾਂ ਦੇਖਿਆ ਕਿ ਸੰਤ ਜੀ ਮਹਾਰਾਜ ਰਾਜਕੋਟ ਦੇ ਖੇਤਾਂ ਵਿੱਚ ਤੁਰਦੇ ਹੋਏ ਨਹਿਰ ਵੱਲ ਆ ਰਹੇ ਹਨ। ਸੰਤ ਤੇਜਾ ਸਿੰਘ ਵੀ ਸਿੱਧਾ ਪਟੜੀ ਤੇ ਉਧਰ ਤੁਰ ਪਿਆ ਤੇ ਅੱਤ 2-4 ਮਿੰਟ ਵਿੱਚ ਹੀ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਜਾ ਪੁੱਜਾ। ਨਿਮਾਣਾ ਹੋ ਕੇ ਮੱਥਾ ਟੇਕਿਆ, ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜੀ, ਆਪ ਨਾਰਾਜ਼ ਹੋ ਕੇ ਆ ਗਏ ਹੋ। ਦਿਆਲੂ ਸੰਤ ਉਸ ਵੇਲੇ ਬੋਲ ਉੱਠੇ, ਤੁਹਾਡੇ ਨਾਲ ਨਾਰਾਜ਼? ਸਰੀਰ ਕਿੱਦਾਂ ਹੈ? ਜੇ ਮੁਕੰਦ ਸਿੰਘ ਨਹੀਂ ਕਰੇਗਾ ਅਸੀਂ ਸੇਵਾ ਤੁਹਾਡੇ ਪਾਸੋਂ ਲੈ ਲਵਾਂਗੇ। ਤੁਹਾਡੇ ਨਾਲ ਸੰਗਤਾਂ ਪ੍ਰੇਮ ਕਰਦੀਆਂ ਹਨ। ਫਿਰ ਸ਼ਾਮ ਦੇ ਦੀਵਾਨ ਮਗਰੋਂ ਇਕਾਂਤ ਵਿੱਚ ਸਮਝਾਇਆ ਕਿ ਗਲਤੀ ਬਿਸ਼ਨ ਕੌਰ ਅਤੇ ਮੁਕੰਦ ਸਿੰਘ ਦੀ ਹੈ। ਤੁਸੀਂ ਇਹਨਾਂ ਨੂੰ ਸੱਤਿਆ ਨਾ ਦਿਓ, ਆਪਣੀ ਥਾਂ ਸਾਡੀ ਆਗਿਆ ਮੰਨੀ ਜਾਓ। ਰਾਜਕੋਟ ਕੁਝ ਦਿਨ ਠਹਿਰ ਕੇ ਸੰਤ ਜੀ ਮਹਾਰਾਜ ਸਿਆਲਕੋਟ ਚਲੇ ਗਏ ਅਤੇ ਸਰਦਾਰ ਖੜਕ ਸਿੰਘ ਦੇ ਬਾਗ ਵਿੱਚ ਡੇਰਾ ਕੀਤਾ। ਮਹਾਰਾਜ ਜੀ ਦਾ ਆਸਣ ਚੁਬਾਰੇ ਵਿੱਚ ਸੀ ਅਤੇ ਜਥਾ ਹੇਠਾਂ ਵਿਸ਼ਰਾਮ ਕਰਦਾ ਸੀ। ਇੱਥੋਂ ਮਹਾਰਾਜ ਜੀ ਨੇ ਦਾਸ ਨੂੰ ਯਾਦ ਕਰ ਭੇਜਿਆ। ਉਸੇ ਵੇਲੇ ਛੁੱਟੀ ਲੈ ਸਿਆਲਕੋਟ ਪੁੱਜ ਗਿਆ ਅਤੇ ਬਾਗ ਵਿੱਚ ਸੰਤ ਜੀ ਮਹਾਰਾਜ ਦੇ ਚਰਨਾਂ ਵਿੱਚ ਜਾ ਹਾਜ਼ਰ ਹੋਇਆ। ਦਾਸ ਐਨ ਉਸ ਵੇਲੇ ਪੁੱਜਾ ਜਦੋਂ ਸੰਤ ਜੀ ਮਹਾਰਾਜ ਦੁਪਹਿਰ ਦਾ ਆਰਾਮ ਕਰ ਚੁੱਕੇ ਸਨ ਅਤੇ ਜਲ ਪਾਣੀ ਛਕ ਇਕਾਂਤ ਬੈਠੇ ਸਨ। ਜਦ ਦਾਸ ਚਰਨਾਂ ਵਿੱਚ ਮੱਥਾ ਟੇਕ ਬੈਠ ਗਿਆ ਤਦ ਸੰਤ ਜੀ ਮਹਾਰਾਜ ਨੇ ਆਖਿਆ, ਭਾਈ ਤੁਸਾਂ ਸਾਡਾ ਹੁਕਮ ਪੂਰਾ ਮੰਨਿਆ ਹੈ, ਗਲਤੀ ਘਰ ਵਾਲਿਆਂ ਦੀ ਹੈ। ਸਿਆਲਕੋਟ ਕੁਝ ਚਿਰ ਠਹਿਰ ਕੇ ਸੰਤ ਜੀ ਮਹਾਰਾਜ ਗੁਰਸਾਗਰ ਸਾਹਿਬ ਮਸਤੂਆਣੇ ਚਲੇ ਗਏ। ਥੋੜ੍ਹੇ ਚਿਰ ਪਿੱਛੋਂ ਹੀ ਸੰਤ ਤੇਜਾ ਸਿੰਘ ਨੂੰ ਉੱਥੋਂ ਚਿੱਠੀ ਆਈ ਕਿ ਅਕਾਲ ਕਾਲਜ ਗੁਰਸਾਗਰ ਸਾਹਿਬ ਮਸਤੂਆਣੇ ਦੀ ਨੀਂਹ ਫਲਾਣੀ ਤਰੀਕ ਨੂੰ ਰੱਖਣੀ ਹੈ, ਤੁਸੀਂ ਇਸ ਸਮੇਂ ਜ਼ਰੂਰ ਪੁੱਜੋ। ਹੁਕਮ ਮੰਨ ਦਾਸ 1 ਦਿਨ ਪਹਿਲਾਂ ਹੀ ਪੁੱਜ ਗਿਆ। ਸ਼ਾਮ ਦੇ ਵੇਲੇ ਕਾਲਜ ਦੇ ਨਕਸ਼ੇ ਦੀ ਵਿਚਾਰ ਹੋਈ ਅਤੇ ਦੂਜੇ ਦਿਨ ਸਵੇਰੇ ਆਸਾ ਜੀ ਦੀ ਵਾਰ ਦੇ ਦੀਵਾਨ ਦੇ ਮਗਰੋਂ ਸੰਤ ਜੀ ਮਹਾਰਾਜ ਸਾਰੀ ਸਾਧ ਸੰਗਤ ਭਾਈ ਅਰਜਨ ਸਿੰਘ ਬਾਗੜੀਆ, ਸਰਦਾਰ ਤੇਜਾ ਸਿੰਘ ਬਡਰੁੱਖਾ, ਸਰਦਾਰ ਬਚਨ ਸਿੰਘ ਜੀ ਵਿਦਿਅਕ ਵਜ਼ੀਰ ਨਾਭਾ ਅਤੇ ਹੋਰ ਨਗਰਾਂ ਦੇ ਪਤਵੰਤੇ ਨੀਂਹ ਟਿਕਾਉਣ ਵਾਲੇ ਅਸਥਾਨ ਤੇ ਪੁੱਜੇ। ਸੰਤ ਜੀ ਮਹਾਰਾਜ ਨੇ ਭਾਈ ਸਾਹਿਬ ਬਾਗੜੀਆ ਨੂੰ ਅਰਦਾਸ ਕਰਨ ਲਈ ਹੁਕਮ ਦਿੱਤਾ। ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਨ ਦੇ ਮਗਰੋਂ ਇੱਕ ਇੱਟ ਸੰਤ ਜੀ ਮਹਾਰਾਜ ਨੇ ਆਪਣੇ ਹਸਤ ਕਮਲਾਂ ਨਾਲ ਨੀਂਹ ਵਿੱਚ ਟਿਕਾਈ ਅਤੇ ਇੱਕ ਇੱਟ ਭਾਈ ਸਾਹਿਬ ਅਰਜਨ ਸਿੰਘ, ਸਰਦਾਰ ਤੇਜਾ ਸਿੰਘ ਜੀ, ਬਚਨ ਸਿੰਘ ਜੀ ਅਤੇ ਦਾਸ ਪਾਸੋਂ ਰਖਵਾਈ। ਦੂਜੇ ਦਿਨ ਹੀ ਪੁਰਾਣੀਆਂ ਕੁਟੀਆਂ ਢਾਉਣ ਦਾ ਕੰਮ ਸ਼ੁਰੂ ਹੋ ਗਿਆ। ਕਰਤਾਰ ਦੀ ਨੇਤ ਜਿਸ ਬਾਹੀ ਵਿਖੇ ਅਕਾਲ ਕਾਲਜ ਦੀ ਇਮਾਰਤ ਬਣਾਉਣ ਦਾ ਗੁਰਮਤਾ ਹੋਇਆ, ਉਸ ਵਿੱਚ ਸੰਤ ਜੀ ਮਹਾਰਾਜ ਦੀ ਮਾਤਾ ਜੀ ਨੇ ਬੜੇ ਪ੍ਰੇਮ ਨਾਲ ਇੱਕ 2 ਮੰਜ਼ਲਾ ਬੂੰਗਾ ਪਵਾਇਆ ਸੀ। ਜਿਸ ਦੇ ਵਿਹੜੇ ਵਿੱਚ ਇੱਕ ਬੜੀ ਸੁੰਦਰ ਖੂਹੀ ਲੱਗੀ ਹੋਈ ਸੀ। ਇਸ ਬੂੰਗੇ ਨੂੰ ਵੀ ਸੰਤ ਜੀ ਮਹਾਰਾਜ ਨੇ ਢਾਉਣ ਦਾ ਹੁਕਮ ਦੇ ਦਿੱਤਾ। ਮਾਤਾ ਜੀ ਹੋਰ ਕੁਟੀਆਂ ਵਿੱਚ ਜਾ ਬਰਾਜੇ ਅਤੇ ਸੰਗਤ ਨੇ ਰਾਤੋਂ ਰਾਤ ਇਸ ਨੂੰ ਢਾਹ ਦਿੱਤਾ। ਸੰਤ ਜੀ ਨੂੰ ਕਈ ਪ੍ਰੇਮੀਆਂ ਪਾਸੋਂ ਇਹ ਸਰੋਤ ਪੁੱਜੀ ਕਿ ਸ਼ਾਇਦ ਅਕਾਲ ਕਾਲਜ ਦੀ ਇਮਾਰਤ ਦੇ ਬਣਾਉਣ ਵਿੱਚ ਕਿਸੇ ਪਾਸਿਓਂ ਰੁਕਾਵਟ ਪੈ ਜਾਵੇ। ਇਸ ਲਈ ਸੰਤ ਜੀ ਮਹਾਰਾਜ ਮੰਜੀ ਢਾਹ ਬੈਠ ਗਏ ਅਤੇ 9 ਮਹੀਨੇ ਮਗਰੋਂ ਕਾਲਜ ਨੂੰ ਸਿਰੇ ਚੜ੍ਹਾ ਕੇ ਹੀ ਉੱਠੇ। ਜਦ ਦਾਸ ਨੇ ਗੁਜਰਾਂਵਾਲੇ ਜਾਣ ਦੀ ਆਗਿਆ ਮੰਗੀ ਤਾਂ ਸੰਤ ਜੀ ਮਹਾਰਾਜ ਨੇ ਪੁੱਛਿਆ ਕਿ ਹਿੰਦੂ ਯੂਨੀਵਰਸਿਟੀ ਵਾਲਾ ਗੁਰਮਤਾ ਸਿਰੇ ਚਾੜਿਆ ਹੈ ਕਿ ਨਹੀਂ। ਦਾਸ ਨੇ ਬੇਨਤੀ ਕੀਤੀ, ਪ੍ਰੇਮੀ ਬਾਰ-ਬਾਰ ਸੱਦ ਰਹੇ ਹਨ ਅਤੇ ਲਿਖ ਰਹੇ ਹਨ ਕਿ ਗੁਜ਼ਾਰੇ ਮਾਤਰ 500 ਰੁਪਏ ਮਾਹਵਾਰ ਲੈ ਲਵੋ। ਸੰਤ ਜੀ ਮਹਾਰਾਜ ਨੇ ਹੁਕਮ ਦਿੱਤਾ, ਇਸ ਗੱਲ ਨੂੰ ਮਨਜ਼ੂਰ ਕਰ ਲਵੋ। ਅਸੀਂ ਅਕਾਲ ਕਾਲਜ ਵਾਸਤੇ ਕਿਸੇ ਰਾਜੇ ਮਹਾਰਾਜੇ ਪਾਸੋਂ ਮਦਦ ਨਹੀਂ ਮੰਗਣੀ। ਅੱਧਾ ਗੁਜ਼ਾਰਾ ਤੁਸੀਂ ਰੱਖਣਾ ਅਤੇ ਅੱਧਾ ਕਾਲਜ ਦੀ ਸੇਵਾ ਲਈ ਭੇਜ ਦਿਆ ਕਰਨਾ। ਨਾਲ ਹੀ ਹੁਕਮ ਦਿੱਤਾ ਕਿ ਕਲਕੱਤੇ ਤੋਂ ਕਾਲਜ ਲਈ ਗਾਰਡਰ ਅਤੇ ਲੋਹੇ ਦਾ ਸਮਾਨ ਭੇਜਣਾ। ਇੱਕ ਦਿਨ ਦੀ ਗੱਲ ਹੈ ਕਿ ਸੰਤ ਜੀ ਮਹਾਰਾਜ ਇਕਾਂਤ ਵਿੱਚ ਬੈਠੇ ਹੋਏ ਸਨ ਤੇ
ਸੰਤ ਤੇਜਾ ਸਿੰਘ ਜੀ ਚਰਨਾਂ ਵਿੱਚ ਬੈਠ ਕੇ ਮੁੱਠੀਆਂ ਭਰ ਰਹੇ ਸੀ। ਬੇਨਤੀ ਕੀਤੀ, ਮਹਾਰਾਜ ਜੀ ਜੇ ਖੇਚਲ ਨਾ ਹੋਵੇ ਤੇ ਇੱਕ ਬੇਨਤੀ ਕਰਾਂ। ਸੰਤ ਜੀ ਮਹਾਰਾਜ ਨੇ ਫਰਮਾਇਆ, ਭਾਈ ਤੁਸੀਂ ਸਤਿਗੁਰ ਸੱਚੇ ਪਾਤਸ਼ਾਹ ਦੇ ਕੀਰਤਨੀਏ ਹੋ, ਬੜੀ ਖੁਸ਼ੀ ਨਾਲ ਕਹੋ। ਸੋ ਚਿੱਤ ਤੋਂ ਸਭ ਸੰਗ ਲਾ ਕੇ ਬੇਨਤੀ ਕੀਤੀ, ਮਹਾਰਾਜ ਜੀ ਸੁਣਿਆ ਹੈ ਸ਼੍ਰੀ ਹਜ਼ੂਰ ਸਾਹਿਬ ਨਗੀਨਾ ਘਾਟ ਤੇ ਆਪ ਜੀ ਨੇ ਸ਼੍ਰੀ ਗੁਰੂ ਕਲਗੀਧਰ ਪਿਤਾ ਜੀ ਦੇ ਦਰਸ਼ਨ ਕੀਤੇ ਸਨ। ਕਿਰਪਾ ਕਰਕੇ ਦੱਸੋ ਕਿ ਉਹ ਦਰਸ਼ਨ ਕਿਸ ਤਰ੍ਹਾਂ ਦੇ ਸਨ। ਇਹ ਪ੍ਰਸ਼ਨ ਸੁਣ ਕੇ ਸੰਤ ਜੀ ਮਹਾਰਾਜ ਮੰਜੇ ਤੋਂ ਉੱਠ ਖੜੇ ਹੋ ਗਏ ਤੇ ਹੱਸਦੇ ਹੱਸਦੇ ਕਹਿਣ ਲੱਗੇ, ਭਾਈ ਕੀ ਦਸੀਏ ਕਿ ਉਹ ਦਰਸ਼ਨ ਕਿਹੋ ਜਿਹੇ ਸਨ, ਪਰ ਭਾਈ ਕਲਗੀਆਂ ਵਾਲੇ ਦੇ ਦਰਸ਼ਨ ਤਾਂ ਸਾਨੂੰ ਹੁਣ ਵੀ ਹੋ ਰਹੇ ਹਨ। ਇਹ ਕਹਿ ਕੇ ਮੇਰੇ ਦਾੜੇ ਤੇ ਦੋਵੇਂ ਹਸਤ ਕਮਲ ਫੇਰ ਕੇ ਆਖਿਆ, ਇਹ ਸਾਬਤ ਸੂਰਤ ਕਲਗੀਆਂ ਵਾਲੇ ਦੀ ਹੈ। ਮਹਾਰਾਜ ਜੀ ਨੇ ਫਰਮਾਇਆ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ में ਹੋ ਕਰੋ ਨਿਵਾਸ। ਇਹ ਸਾਰਾ ਸ਼ਬਦ ਸੰਤ ਜੀ ਮਹਾਰਾਜ ਨੇ ਹੱਸ ਹੱਸ ਕੇ ਪੜ੍ਹਿਆ। ਉਸੇ ਵੇਲੇ ਮੇਰੀ ਕੀ ਦਸ਼ਾ ਸੀ ਮੈਂ ਦੱਸ ਨਹੀਂ ਸਕਦਾ। ਜਿਹੜੇ ਆਤਮ ਰਸ ਦੇ ਹੁਲਾਰੇ ਮੈਨੂੰ ਆਏ ਉਹ ਦੇਖਾਂ ਹੀ ਪ੍ਰਵਾਨ ਹੈ। ਧੰਨਵਾਦ। ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਗੇ ਵੀ ਸ਼ੇਅਰ ਕਰੋ ਤੇ ਇਸ ਜੀਵਨੀ ਦੇ ਪੂਰੇ ਭਾਗਾਂ ਨੂੰ ਫੋਲੋ ਕਰੋ। ਕੋਈ ਭੁੱਲ ਚੁੱਕ ਹੋ ਗਈ ਹੋਵੇ ਤੇ ਮਾਫ਼ ਕਰਨਾ। ਧੰਨਵਾਦ।